ਦਿੱਲੀ 'ਚ ਜਦੋਂ ਦਾ ਕਿਸਾਨ ਮੋਰਚਾ ਚੱਲ ਰਿਹਾ 3 ਖੇਤੀ ਕਾਨੂੰਨਾਂ ਦੇ ਖਿਲਾਫ, ਉਦੋਂ ਤੋਂ ਲੈ ਕੇ ਹੁਣ ਤੱਕ ਸੋਸ਼ਲ ਮੀਡੀਆ ਉੱਤੇ ਚੱਲਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਕੰਪੇਨਾਂ ਨੇ ਉਹਨਾਂ ਨੇ ਬੜਾ ਅਹਿਮ ਹਿੱਸਾ ਪਾਇਆ ਹੋਇਆ। ਹੁਣ ਫਿਰ ਵੱਡੇ ਪੱਧਰ ਤੇ ਟਰੈਕਟਰ ਟੂ ਟਵਿੱਟਰ ਨਾਂ ਦੀ ਕੰਪੇਨ ਚਲਾਈ ਜਾ ਰਹੀ ਹੈ। ਇਸ ਨੂੰ ਹੈਂਡਲ ਕਰ ਰਹੇ ਮਾਨਸਾ ਤੋਂ ਭੁਪਿੰਦਰ ਜੀ ਸਾਡੇ ਨਾਲ ਨੇ। ਆਓ ਗੱਲਬਾਤ ਕਰਦੇ ਹਾਂ ਕਿ ਉਹ ਕੀ ਕਹਿੰਦੇ ਨੇ। ਇਹ ਅਸਲ ਤੇ ਕੰਪੇਨ ਜਿਹੜੀ ਹੈਗੀ ਚਲਾਈ ਜਾ ਰਹੀ ਹੈ, ਉਹ ਅਸਲ 'ਚ ਕੰਪੇਨ ਹੈ ਕੀ? ਭੁਪਿੰਦਰ, ਤੁਹਾਡਾ ਸਵਾਗਤ ਹੈ ਜੀ ਖਾਲਸ ਟੀਵੀ ਤੇ। ਜੀ ਸ਼ੁਕਰੀਆ ਜਗਜੀਵਨ ਜੀ। ਹਾਂਜੀ ਭੁਪਿੰਦਰ ਜੀ, ਅਸੀਂ ਦੇਖਿਆ ਕਿ ਨਾ ਸੋਸ਼ਲ ਮੀਡੀਆ ਨੇ ਬੜਾ ਇੱਕ ਅਹਿਮ ਹਿੱਸਾ ਪਾਇਆ ਹੁਣ ਤੱਕ, ਜਿੰਨਾ ਵੀ ਮੋਰਚਾ ਚੱਲ ਰਿਹਾ ਸਾਡੇ 1 ਸਾਲ ਪੂਰਾ ਹੋ ਗਿਆ ਹੈ। ਤੇ ਉਸ ਤੋਂ ਬਾਅਦ ਵੀ ਜਿਹੜੀਆਂ ਹੋਰ ਕੰਪੇਨਾਂ ਚੱਲੀਆਂ ਨੇ, ਤੇ ਇਹਦੇ 'ਚ ਨਾ ਟਰੈਕਟਰ ਟੂ ਟਵਿੱਟਰ ਦਾ ਬੜਾ ਅਹਿਮ ਰੋਲ ਰਿਹਾ ਹੁਣ ਤੱਕ। ਤੇ ਇਹ ਕੰਪੇਨ ਐਕਚੁਅਲੀ ਹੈ ਕੀ ਹੈ, ਥੋੜਾ ਦੱਸੋਗੇ ਸਾਡੇ ਦਰਸ਼ਕਾਂ ਨੂੰ? ਜੀ ਬਿਲਕੁਲ, ਜਿਸ ਤਰੀਕੇ ਨਾਲ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਦੌਰ ਹੀ ਅੱਜ ਦਾ ਸੋਸ਼ਲ ਮੀਡੀਆ ਦਾ ਹੈਗਾ। ਤਾਂ ਜਿਸ ਦਿਨ ਤੋਂ ਅੰਦੋਲਨ ਚੱਲਿਆ ਹੋਇਆ ਤਾਂ ਕਿਸਾਨਾਂ ਦੇ ਬੱਚੇ ਬੱਚੀਆਂ ਨੇ ਜੋ ਹੈ ਉਹ ਟਵਿੱਟਰ ਦੇ ਉੱਪਰ ਇਸ ਦੇ ਵਿੱਚ ਇੱਕ ਅਹਿਮ ਯੋਗਦਾਨ ਕਿਸਾਨਾਂ ਦੀ ਆਵਾਜ਼ ਬਣ ਕੇ ਉੱਥੇ ਨਿਭਾ ਰਹੇ ਨੇ ਪਹਿਲੇ ਦਿਨ ਤੋਂ। ਉਸੇ ਸੰਦਰਭ ਦੇ ਵਿੱਚ ਹੀ ਜਿਹੜੀ ਇਹ ਅੱਜ ਦੇ ਹੈਸ਼ਟੈਗ ਦੇ ਥਰੂ ਜਿਹੜੀ ਇੱਕ ਕੈਂਪੇਨ ਚਲਾਈ ਗਈ ਹੈਗੀ ਆ। ਹਾਂਜੀ ਹਾਂਜੀ। ਕਿ ਜੋ ਵੀ ਰਾਜ ਸਰਕਾਰਾਂ ਨੇ ਹੁਣ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦੇ ਹੱਕ ਵਿੱਚ ਖੜੇ ਹੋਣ ਦੀ ਗੱਲ ਕਹੀ ਹੈਗੀ ਆ ਜੀ, ਤਾਂ ਆਪਦੀਆਂ ਜਿਹੜੀਆਂ ਵਿਧਾਨ ਸਭਾਵਾਂ ਹੈਗੀਆਂ ਉਹਦੇ ਵਿੱਚ ਜਿਹੜੀਆਂ ਵੀ ਰਾਜ ਸਰਕਾਰਾਂ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਹੈਗਾ ਜਾਂ ਅਮੈਂਡਮੈਂਟ ਦੀ ਜਿਹੜੀ ਰਿਕੁਐਸਟ ਪਾਈ ਹੈਗੀ ਆ, ਤਾਂ ਉਹਦੇ ਵਿੱਚ ਸਾਡੇ ਕੋਲ ਹੁਣ ਤੱਕ 8 ਸਰਕਾਰਾਂ ਨੇ, ਰਾਜ ਸਰਕਾਰਾਂ ਨੇ ਇਹਨਾਂ ਨੂੰ ਰੱਦ ਕੀਤਾ ਹੈਗਾ ਔਰ 2 ਸਰਕਾਰਾਂ ਰਾਜੀ ਹੈਗੀਆਂ ਨੇ ਜਿਨ੍ਹਾਂ ਨੇ ਮਤਲਬ ਆਉਣ ਵਾਲੇ ਦਿਨਾਂ ਵਿੱਚ ਹੀ ਇਹਨਾਂ ਨੂੰ ਰੱਦ ਕਰਨਾ ਹੈਗਾ। ਠੀਕ ਹੈ ਜੀ। ਤਾਂ ਮਤਲਬ ਇੱਕ ਹੁਣ ਕੈਂਪੇਨ ਕਿਸਾਨਾਂ ਦੇ IT ਸੈੱਲਾਂ ਤੋਂ ਚਲਾਈ ਜਾ ਰਹੀ ਹੈਗੀ ਆ ਕਿ ਜੋ ਕਿਉਂਕਿ ਇਸ ਅੰਦੋਲਨ ਨੂੰ ਪੂਰਾ 1 ਸਾਲ ਹੋਣ ਵਾਲਾ ਹੈਗਾ। ਤਾਂ 1 ਸਾਲ ਦੇ ਵਿੱਚ ਜਦੋਂ ਸਾਡੇ ਨਾਲ ਰਾਜ ਸਰਕਾਰਾਂ ਨੇ ਕਿਸਾਨਾਂ ਦੇ ਪੱਖ 'ਚ ਖੜੇ ਹੋਣ ਦੀ ਗੱਲ ਕੀਤੀ ਆ, ਤਾਂ ਸਾਡੇ ਸੰਵਿਧਾਨ ਨੇ ਇੱਕ ਸਪੈਸ਼ਲ ਜਿਹੜੀ ਪਾਵਰ ਹੈਗੀ ਆ ਉਹ ਰਾਜ ਸਰਕਾਰਾਂ ਨੂੰ ਦਿੱਤੀ ਹੋਈ ਹੈਗੀ ਆ ਕਿ ਜਿਸ ਦੌਰਾਨ ਅਗਰ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡੀ ਸਟੇਟ ਦੀ ਲਿਸਟ ਵਿੱਚ ਜਾਂ ਤੁਹਾਡੇ ਅਧਿਕਾਰਾਂ ਦੀ ਗਲਤ ਵਰਤੋਂ ਕਰਕੇ ਕੇਂਦਰ ਨੇ ਜ਼ਬਰਦਸਤੀ ਤਰੀਕੇ ਨਾਲ ਜਿਹੜੇ ਹੈਗੇ ਆ ਕਾਨੂੰਨ ਬਣਾਏ ਹੈਗੇ ਆ, ਤਾਂ ਰਾਜ ਸਰਕਾਰਾਂ ਇੱਕ ਸਪੈਸ਼ਲ ਆਰਟੀਕਲ ਦੇ ਥਰੂ, ਆਰਟੀਕਲ 131 ਦੇ ਥਰੂ ਸੁਪਰੀਮ ਕੋਰਟ ਪਹੁੰਚ ਕਰ ਸਕਦੀਆਂ ਨੇ। ਔਰ ਜਿਵੇਂ ਇੱਕ ਸਿੰਗਲ ਬੰਦਾ ਜਦੋਂ PIL ਪਾਉਂਦਾ ਹੈਗਾ ਤਾਂ ਉਹ PIL ਆਰਟੀਕਲ 32 ਦੇ ਥਰੂ ਜਾਂਦੀ ਆ। ਉਹ ਇੱਕ ਸਿੰਪਲ PIL ਪਾਉਣ ਦੇ ਨਾਲ ਹੀ ਜਿਹੜੇ ਇੱਕ ਵਕੀਲ ਸੀਗੇ ਜਿਨ੍ਹਾਂ ਦੀ ਇਹ ਆਵਾਜ਼ ਸੁਪਰੀਮ ਕੋਰਟ ਤੱਕ ਪਹੁੰਚੀ ਔਰ ਉਹੀ ਪਟੀਸ਼ਨ ਚੱਲਦੇ ਇਹਨਾਂ ਕਾਨੂੰਨਾਂ ਦੇ ਉੱਤੇ ਸੁਪਰੀਮ ਕੋਰਟ ਨੇ ਸਟੇ ਲਾਇਆ ਸੀ। ਸਾਡੇ ਕਹਿਣ ਦਾ ਮਕਸਦ ਹੈਗਾ ਕਿ ਜਿਹੜੀ ਡੈਮੋਕ੍ਰੇਸੀ ਹੈਗੀ ਆ ਉਹ ਸਿਰਫ ਪਾਰਲੀਮੈਂਟ ਨੂੰ ਡਿਫਾਈਨ ਨਹੀਂ ਕਰਦੀ, ਲੋਕ ਆਪਦੀਆਂ ਰਾਜ ਸਰਕਾਰਾਂ ਨੂੰ ਵੀ ਚੁਣਦੇ ਆ। ਠੀਕ ਹੈ ਜੀ। ਤਾਂ ਅਗਰ ਰਾਜ ਸਰਕਾਰਾਂ ਅਸਲੀ ਦੇ ਵਿੱਚ, ਸੱਚ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਕਿਸਾਨਾਂ ਦੇ ਹੱਕ ਵਿੱਚ ਹੈਗੀਆਂ, ਤਾਂ ਇਹ ਵੱਡਾ ਸਵਾਲ ਬਣਦਾ ਵੀ ਰਾਜ ਸਰਕਾਰਾਂ ਨੇ ਹਜੇ ਤੱਕ ਇਹਨਾਂ ਕਾਨੂੰਨਾਂ ਦੇ ਖਿਲਾਫ ਮੋਦੀ ਸਰਕਾਰ ਨੂੰ ਸੁਪਰੀਮ ਕੋਰਟ ਪਹੁੰਚ ਕੇ ਹਜੇ ਤੱਕ ਚੈਲੰਜ ਕਿਉਂ ਨਹੀਂ ਦਿੱਤਾ? ਬਿਲਕੁਲ ਬਿਲਕੁਲ ਜੀ। ਤੇ ਇਹਦਾ ਅਸਰ ਕੀ ਵੇਖਦੇ ਹੋ? ਦਿੱਲੀ ਮੋਰਚਾ ਲੱਗਿਆ ਸਾਡਾ, ਹਨਾ, ਤੇ ਕੀ ਅਸਰ ਲੱਗਦਾ ਕਿ ਜਿਹੜਾ ਸਾਡਾ ਇਹ ਟਵਿੱਟਰ ਚੱਲ ਰਿਹਾ ਹੈਗਾ ਹੁਣ ਤੱਕ, ਤੇ ਕੀ ਅਸਰ ਪਾਏਗਾ ਆਉਣ ਵਾਲੇ ਦਿਨਾਂ ਵਿੱਚ? ਐਕਚੁਅਲੀ ਗੱਲ ਇਹ ਹੈਗੀ ਆ ਵੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਅੱਜ ਦਾ ਦੌਰ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ ਦਾ ਹੈਗਾ। ਅੰਦੋਲਨ ਜ਼ਮੀਨ ਤੇ ਰਹਿ ਕੇ ਤੇ ਅੰਦੋਲਨ ਦੀ ਜਿਹੜੀ ਸਾਰੀ ਜੜ ਹੈਗੀ ਆ, ਜਿਹੜੀ ਸਾਰੀ ਸ਼ਕਤੀ ਹੈਗੀ ਆ ਉਹ ਜ਼ਮੀਨ ਤੇ ਹੈਗੀ ਆ। ਪਰ ਜਿਸ ਤਰੀਕੇ ਨਾਲ ਅੱਜ ਦੀ ਜਿਹੜੀ ਆਵਾਜ਼ ਹੈਗੀ ਆ ਉਹ ਦੁਨੀਆ ਦੇ ਕੋਨੇ ਤੱਕ ਪਹੁੰਚਾਉਣਾ ਹੈਗਾ, ਉਹਦੇ 'ਚ ਸੋਸ਼ਲ ਮੀਡੀਆ ਅਹਿਮ ਯੋਗਦਾਨ ਹੈਗਾ ਉਸਦਾ। ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਕਿ 1 ਸਾਲ ਦੇ ਰਹਿੰਦੇ ਹੋਏ ਦੁਨੀਆ ਭਰ ਦੇ ਤਮਾਮ ਬਹੁਤ ਵੱਡੀਆਂ ਸੈਲੀਬ੍ਰਿਟੀਜ਼ ਨੇ ਇਸ ਅੰਦੋਲਨ ਤੇ ਆਪਦਾ ਪੱਖ ਰੱਖਿਆ ਹੈਗਾ। ਦੁਨੀਆ ਦੇ ਦੂਸਰੇ ਕੋਨਿਆਂ ਤੇ ਦੂਸਰੀਆਂ ਸਰਕਾਰਾਂ ਨੇ ਸਾਡੇ ਲਈ ਜਿਹੜੀ ਹੈਗੀ ਆਵਾਜ਼ ਚੁੱਕੀ ਹੈਗੀ ਆ। ਪਰ ਅਸੀਂ ਬੜੀ ਵਧੀਆ ਜਿੱਤ ਪ੍ਰਾਪਤ ਕੀਤੀ ਹੈ ਕਿ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਕੈਂਪੇਨਾਂ ਦੇ ਥਰੂ ਇਹ ਪਹਿਲੀ ਵਾਰ ਹੋਇਆ ਕਿ UNO ਦੇ ਜਿਹੜੇ ਸੈਕਟਰੀ ਹੈਗੇ ਆ ਉਹ ਇਸ ਗੱਲ ਦੇ ਤਰੀਕੇ ਨਾਲ ਸਟੇਟਮੈਂਟ ਦਿੰਦੇ ਆ ਕਿ ਜੋ ਫੂਡ ਹੈ, ਜਿਹੜੀ ਫਾਈਨਲ ਜਿਹੜੀ ਉਹਨਾਂ ਦੀ ਸਟੇਟਮੈਂਟ ਆਉਂਦੀ ਹੈ ਕਿ ਜਿਹੜਾ ਅਨਾਜ ਹੈਗਾ ਉਸਨੂੰ ਤੁਸੀਂ ਟਰੇਡ ਦੇ ਤਰੀਕੇ ਨਾਲ ਨਾ ਦੇਖੋ, ਉਹ ਲੋਕਾਂ ਦਾ ਇੱਕ ਫੰਡਾਮੈਂਟਲ ਰਾਈਟ ਆ, ਉਹ ਇੱਕ ਹਿਊਮਨ ਰਾਈਟ ਦੇ ਤੌਰ ਤੇ ਤੁਸੀਂ ਦੇਖੋ। ਔਰ ਇਹ ਸਿੱਧੀ ਗੱਲ ਉਦੋਂ ਹੁੰਦੀ ਆ ਜਦੋਂ ਮੋਦੀ ਸਰਕਾਰ ਖੇਤੀ ਕਾਨੂੰਨਾਂ ਦੇ ਜ਼ਰੀਏ ਅਨਾਜ ਨੂੰ ਟਰੇਡਿੰਗ ਦੇ ਥਰੂ ਕਨਵਰਟ ਕਰ ਰਹੀ ਹੈ, ਹਨਾ। ਤੇ ਦੂਸਰਾ ਅਹਿਮ ਇਹਨਾਂ ਕੈਂਪੇਨਾਂ ਦਾ ਅਸਰ ਅਸੀਂ ਉਦੋਂ ਦੇਖ ਸਕਦੇ ਹਾਂ ਜਦੋਂ ਹੁਣੀ ਲਗਭਗ 15-20 ਦਿਨ ਪਹਿਲਾਂ ਹੀ ਜਦੋਂ ਇਟਲੀ ਦੇ ਵਿੱਚ G20 ਮੁਲਕਾਂ ਦੀ ਜਿਹੜੀ ਹੈਗੀ ਬੈਠਕ ਹੁੰਦੀ ਆ। ਔਰ ਇਹ ਪਹਿਲੀ ਵਾਰ ਹੋਇਆ ਕਿ G20 ਦੇ ਵਿੱਚ ਇਹ ਗੱਲ ਚੱਲਦੀ ਆ ਕਿ ਹੁਣ ਸਾਨੂੰ ਕਾਰਪੋਰੇਟਸ ਤੋਂ ਜ਼ਿਆਦਾ ਧਿਆਨ ਜਿਹੜਾ ਹੈਗਾ ਉਹ ਛੋਟੇ ਤੇ ਮੱਧ ਵਰਗੀ ਕਿਸਾਨਾਂ ਦੀ ਹਾਲਤ ਤੇ ਦੇਣਾ ਪਊਗਾ ਜੇ ਅਸੀਂ ਚੰਗਾ ਭਵਿੱਖ ਦੇਖਦੇ ਹਾਂ। ਤਾਂ ਇਹ ਕੈਂਪੇਨਾਂ ਦਾ ਅਸਰ ਹੈਗਾ ਕਿ ਭਾਰਤ ਦੇ ਵਿੱਚ ਚੱਲ ਰਿਹਾ ਅੰਦੋਲਨ ਦੁਨੀਆ ਦੇ ਕਿਸਾਨਾਂ ਨੂੰ ਡਾਇਰੈਕਸ਼ਨ ਦੇ ਰਿਹਾ। ਕਿਸਾਨਾਂ ਨੂੰ ਜੇ ਤੁਸੀਂ ਸਾਂਭੋਗੇ ਤਾਂ ਤੁਹਾਡਾ ਜਿਹੜਾ ਤੁਹਾਡਾ ਭਵਿੱਖ ਹੈਗਾ ਉਹ ਸੰਭੇਗਾ। ਤੇ ਇਸ ਅੰਦੋਲਨ ਦੀਆਂ ਬੜੀਆਂ ਅਹਿਮ ਭੂਮਿਕਾਵਾਂ
ਖਬਰਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਬਹੁਤ ਛੋਟਾ ਜਿਹਾ ਜਿਹੜਾ ਪਾਰਟ ਹੈਗਾ ਉਹ ਕਿਸਾਨਾਂ ਦੇ ਬੱਚੇ ਸੋਸ਼ਲ ਮੀਡੀਆ ਤੇ ਬਹਿ ਕੇ ਨਿਭਾ ਰਹੇ ਹੈਗੇ ਆ। ਠੀਕ ਹੈ ਜੀ। ਤੇ ਜਿਹੜੀ ਪੰਜਾਬ ਦੀ ਸਿਆਸਤ ਹੈ, ਜੇ ਅਸੀਂ ਇਹਨੂੰ ਜੋੜਿਆ ਜਾਵੇ ਇਹਦੇ ਨਾਲ, ਤੇ ਪੰਜਾਬ ਦੀ ਸਿਆਸਤ ਤੇ ਇਹਦਾ ਕੀ ਅਸਰ ਵੇਖਣ ਨੂੰ ਮਿਲਦਾ, ਕਿਉਂਕਿ ਚੋਣਾਂ ਆਉਣ ਵਾਲੀਆਂ ਨੇ ਹਨਾ, ਤੇ ਸਾਰੀਆਂ ਜੀ ਪਾਰਟੀਆਂ ਜਿਹੜੀ ਹੈਗੀਆਂ ਹੁਣ ਇਸ ਟਾਈਮ ਫੀਲਡ ਦੇ ਵਿੱਚ ਹੈ, ਲੋਕਾਂ ਦੇ ਬਿਲਕੁਲ ਸਾਹਮਣੇ ਨੇ ਸਾਰੀਆਂ ਪਾਰਟੀਆਂ, ਤੇ ਤੁਸੀਂ ਕੰਪੇਨ ਚਲਾਈ ਹੋਈ ਹੈ, ਇਹਦਾ ਅਸਰ ਕੀ ਵੇਖਦੇ ਹੋ ਕਿ ਕੀ ਅਸਰ ਹੋਏਗਾ? ਜੀ ਦੇਖੋ, ਜਿਵੇਂ ਆਪਾਂ ਪਹਿਲਾਂ ਹੀ ਰਾਜ ਸਰਕਾਰਾਂ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਸਾਡੇ ਨਾਲ ਕੇਂਦਰ ਸਰਕਾਰ ਇੰਨੇ ਹੰਕਾਰੀ ਰਵੱਈਏ ਨਾਲ ਸਾਡੇ ਨਾਲ ਵਿਤਕਰਾ ਕਰ ਰਹੀ ਆ, ਤਾਂ ਸਾਨੂੰ ਜਿਹੜੀ ਹੈਗੀ ਆ ਰਾਜ ਸਰਕਾਰਾਂ ਨੂੰ ਆਪਦੇ ਹੱਕ ਦੇ ਵਿੱਚ ਖੜਨ ਲਈ ਅਸੀਂ ਮਜਬੂਰ ਕੀਤਾ। ਜਦੋਂ ਇਹ ਮੋਰਚਾ ਦਿੱਲੀ ਨਹੀਂ ਪਹੁੰਚਿਆ ਸੀ, ਜਦੋਂ ਅਕਤੂਬਰ ਦੇ ਵਿੱਚ ਹੀ ਪੰਜਾਬ ਸਰਕਾਰ ਦੇ ਉੱਤੇ ਇੰਨਾ ਕੁ ਪ੍ਰੈਸ਼ਰ ਆਇਆ ਸੀ ਕਿ ਪੰਜਾਬ ਪਹਿਲਾ ਸੂਬਾ ਬਣਿਆ ਜਿਨ੍ਹਾਂ ਨੇ ਇਹਨਾਂ ਕਾਨੂੰਨਾਂ ਨੂੰ ਪਿਛਲੇ ਅਕਤੂਬਰ ਵਿੱਚ ਹੀ ਰੱਦ ਕਰਤਾ ਸੀ। ਠੀਕ ਹੈ ਜੀ। ਤਾਂ ਉਸ ਪੰਜਾਬ ਨੂੰ ਦੇਖ ਕੇ ਹੁਣ ਤੱਕ ਸਾਡੇ ਨਾਲ ਤਕਰੀਬਨ 10 ਸਟੇਟਾਂ ਸਾਡੇ ਨਾਲ ਜੁੜ ਚੁੱਕੀਆਂ। ਤਾਂ ਹੁਣ ਵੀ ਅਸੀਂ ਇਸ ਤਰੀਕੇ ਦੀ ਪਹਿਲ ਚਾਹੁੰਦੇ ਹਾਂ, ਕਿਉਂਕਿ ਇੱਥੇ ਚੋਣਾਂ ਦਾ ਮਾਹੌਲ ਹੈਗਾ, ਤੇ ਚੋਣਾਂ ਦੇ ਮਾਹੌਲ ਦੇ ਵਿੱਚ ਕਿਉਂਕਿ ਹੁਣੀ ਪਿਛਲੇ ਹਫ਼ਤੇ ਜਿਹੜੀ ਸਰਬ ਪਾਰਟੀ ਮੀਟਿੰਗ ਹੋਈ ਸੀ, ਉਸ ਦੇ ਵਿੱਚ ਇਸ ਮੁੱਦੇ ਦੇ ਉੱਤੇ ਡਿਸਕਸ਼ਨ ਹੋਈ ਆ ਕਿ ਅਗਰ ਤੁਸੀਂ ਸੱਚਮੁੱਚ ਜਿਹੜੇ ਇਹਨਾਂ ਮੁੱਦਿਆਂ ਤੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰਦੇ ਹੋ ਤਾਂ ਤੁਸੀਂ ਹਜੇ ਤੱਕ ਲੀਗਲ ਕਾਰਵਾਈ ਪਾ ਕੇ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਪਹੁੰਚ ਕੀਤੀ। ਤਾਂ ਅਸੀਂ ਇਹ ਚਾਹੁੰਦੇ ਹੈਗੇ ਆ ਕਿ ਚੋਣਾਂ ਦੇ ਮੁੱਦਿਆਂ ਦੇ ਵਿੱਚ ਜਿਹੜੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਆ, ਖੇਤੀ ਕਾਨੂੰਨਾਂ ਦੀ ਗੱਲ ਹੈਗੀ ਆ, ਪੰਜਾਬ ਸਰਕਾਰ ਆਪਦਾ ਸਭ ਤੋਂ ਇੰਪੋਰਟੈਂਟ ਟੂਲ ਜੋ ਸਾਨੂੰ ਸੰਵਿਧਾਨ ਨੇ ਦਿੱਤਾ ਹੋਇਆ, ਅਸੀਂ ਉਸ ਨੂੰ ਆਪਦੀ ਸਭ ਤੋਂ ਰਾਜਾਂ ਦੀ ਪਾਵਰਫੁਲ ਤਾਕਤ, ਕਿਉਂਕਿ ਜਿਹੜੀ ਸੁਪਰੀਮ ਕੋਰਟ ਹੈਗੀ ਆ ਉਹ 3 ਤਰੀਕਿਆਂ ਨਾਲ ਕਾਰਵਾਈ ਕਰਦੀ ਆ, ਔਰ ਜਿਹੜੀ ਉਹਦੀ ਸਭ ਤੋਂ ਸੁਪੀਰੀਅਰ ਪਾਵਰ ਹੈਗੀ ਆ ਓਰੀਜਨਲ ਜੁਰੀਡਿਕਸ਼ਨ, ਉਹਦੇ ਤਹਿਤ ਇਸ ਆਰਟੀਕਲ ਦੀ ਸੁਣਵਾਈ ਹੁੰਦੀ ਆ, ਜਿਹਦੇ ਵਿੱਚ ਨਾ ਕੇਂਦਰ ਸਰਕਾਰ ਤੇ ਨਾ ਕੋਈ ਹੋਰ ਜਿਹੜੀ ਸੰਸਥਾ ਹੈਗੀ ਆ ਉਹ ਕਿਸੇ ਤਰੀਕੇ ਦਾ ਕਮੈਂਟ ਨਹੀਂ ਕਰ ਸਕਦੀ। ਔਰ ਉਹਦੇ ਵਿੱਚ ਇੱਥੋਂ ਤੱਕ ਪ੍ਰੋਵੀਜ਼ਨ ਹੈਗੀ ਆ ਕਿ ਜੇ ਇਹ ਰਾਜਾਂ ਦੇ ਅਧਿਕਾਰਾਂ ਦੀ ਲਿਸਟ ਉਹ ਸਾਬਿਤ ਕਰ ਪਾਉਂਦੇ ਨੇ ਤਾਂ ਇਹਨਾਂ ਕਾਨੂੰਨਾਂ ਨੂੰ ਰੱਦ ਵੀ ਕੀਤਾ ਜਾ ਸਕਦਾ ਹੈਗਾ ਸੁਪਰੀਮ ਕੋਰਟ ਵੱਲੋਂ। ਤਾਂ ਜਦੋਂ ਰਾਜਾਂ ਨੂੰ ਸੰਵਿਧਾਨ ਦੇ ਵਿੱਚ ਇੰਨਾ ਸਟਰੋਂਗ ਅਧਿਕਾਰ ਮਿਲਿਆ ਹੋਇਆ ਤਾਂ ਕਿਸਾਨਾਂ ਦੇ ਪੱਖ ਵਿੱਚ ਉਸ ਅਧਿਕਾਰ ਨੂੰ ਪੂਰੇ ਪਿਛਲੇ 1 ਸਾਲ ਤੋਂ ਕਿਉਂ ਨਹੀਂ ਵਰਤ ਰਹੀਆਂ। ਤਾਂ ਪੰਜਾਬ ਦੀਆਂ ਚੋਣਾਂ ਦੇ ਸੰਦਰਭ 'ਚ ਅਸੀਂ ਇਹ ਚਾਹੁੰਦੇ ਹਾਂ ਵੀ ਜੇ ਇਸ ਕੈਂਪੇਨ ਨਾਲ ਅਸੀਂ ਆਪਦੀ ਕੈਂਪੇਨ ਦੇ ਵਿੱਚ ਮੁੱਖ ਮੰਤਰੀ ਚੰਨੀ ਹੋਰਾਂ ਤੋਂ ਲੈ ਕੇ ਜੋ ਹੈਗਾ ਨਵਜੋਤ ਸਿੱਧੂ ਜੀ ਹੋਰਾਂ ਤੋਂ ਲੈ ਕੇ ਸਾਰਿਆਂ ਨੂੰ ਟਵਿੱਟਰ ਤੇ ਮੈਂਸ਼ਨ ਕਰਾ ਰਹੇ ਹੈਗੇ ਆ। ਉਸ ਤੋਂ ਬਾਅਦ ਅਸੀਂ ਜੋ ਪਾਰਟੀਆਂ ਜਿਵੇਂ ਆਮ ਆਦਮੀ ਪਾਰਟੀ ਲੜ ਰਹੀ ਹੈ, ਜਿਨ੍ਹਾਂ ਦੀ ਸਰਕਾਰ ਖੁਦ ਦਿੱਲੀ ਵਿੱਚ ਹੈਗੀ ਆ, ਕਿਉਂਕਿ ਅਸੀਂ ਸਮਝਦੇ ਹਾਂ ਕਿ ਜੇ ਪੰਜਾਬ ਨੇ ਉਸ ਵੇਲੇ ਇਹਨਾਂ ਨੂੰ ਰੱਦ ਕੀਤਾ ਤਾਂ ਇਹ ਦਬਾ ਜਾ ਕੇ ਕੇਜਰੀਵਾਲ ਹੋਰਾਂ ਤੇ ਬਣਿਆ ਤੇ ਉਹਨਾਂ ਨੇ ਵੀ ਦਿੱਲੀ ਦੇ ਵਿੱਚ ਰੱਦ ਕਰਨ ਲਈ ਉਹ ਮਜਬੂਰ ਹੋਏ, ਜਦ ਕਿ ਉਹਨਾਂ ਨੇ ਇੱਕ ਨੋਟੀਫਾਈ ਵੀ ਕਰਤਾ ਸੀ। ਫਿਰ ਉਸ ਤੋਂ ਪੂਰੇ 1 ਹਫ਼ਤੇ ਬਾਅਦ ਹੀ ਉਹਨਾਂ ਨੂੰ ਵਿਧਾਨ ਸਭਾ ਵਿੱਚ ਰੱਦ ਕਰਨਾ ਪਿਆ। ਤਾਂ ਅਸੀਂ ਉਸੇ ਤਰ੍ਹਾਂ ਦੀ ਜਿਹੜੀ ਆਵਾਜ਼ ਹੈਗੀ ਆ ਲੋਕਾਂ ਦੀ ਕਿ ਤੁਸੀਂ ਸਹੀ ਮਾਇਨੇ ਵਿੱਚ ਅਗਰ ਕਿਸਾਨਾਂ ਨਾਲ ਖੜੇ ਹੋ ਤਾਂ ਜੋ ਤੁਹਾਡੇ ਕੋਲ ਸ਼ਕਤੀਆਂ ਤੁਹਾਨੂੰ ਲੋਕਾਂ ਨੇ ਪ੍ਰਦਾਨ ਕੀਤੀਆਂ, ਇਹਨਾਂ ਕਿਸਾਨਾਂ ਨੇ ਪ੍ਰਦਾਨ ਕੀਤੀਆਂ, ਤਾਂ ਬਿਆਨ ਦੇਣ ਦੀ ਬਜਾਏ ਤੁਸੀਂ ਜੋ ਸ਼ਕਤੀਆਂ ਤੁਹਾਨੂੰ ਲੋਕਾਂ ਨੇ ਦਿੱਤੀਆਂ, ਜਾਣੀ ਕਿ ਤੁਹਾਨੂੰ ਵਿਧਾਨ ਸਭਾ ਸੰਭਾਲੀ ਆ, ਤੁਹਾਨੂੰ ਸਰਕਾਰ ਸੰਭਾਲੀ ਹੋਈ ਆ, ਤਾਂ ਉਹ ਸਰਕਾਰ ਦੀਆਂ ਤਾਕਤਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਯੂਜ਼ ਕਰੋ। ਔਰ ਇਹਦਾ ਇੱਕ ਬੜਾ ਅਹਿਮ ਮੁੱਦਾ ਹੈਗਾ, ਦੇਖੋ ਕਿਸਾਨ ਅੰਦੋਲਨ ਆਪਦੀ ਜੋ ਤਪੱਸਿਆ ਹੈ ਉਹ ਕਰ ਰਿਹਾ, ਕਿਸਾਨ ਸੜਕਾਂ ਉੱਤੇ ਬੈਠੇ ਨੇ, ਸੁੱਤੇ ਹੋਏ ਨੇ, ਉਹ ਆਪਦੀ ਤਪੱਸਿਆ ਕਰ ਰਹੇ ਨੇ। ਪਰ ਜੋ ਪੋਲੀਟੀਕਲ ਪਾਰਟੀਆਂ ਸਿਰਫ ਇੱਕ ਤਰ੍ਹਾਂ ਦਾ ਮਹਿਜ ਡਰਾਮਾ ਕਰ ਰਹੀਆਂ ਕਿ ਅਸੀਂ ਤੁਹਾਡੇ ਹੱਕ 'ਚ ਆ, ਤਾਂ ਪਾਰਟੀਆਂ ਡੈਮੋਕ੍ਰੇਸੀ ਵਿੱਚ ਕੀ ਹੈਗੀ ਆ, ਤੁਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਨੀ ਆ। ਤਾਂ ਜੋ ਅਧਿਕਾਰ ਤੁਹਾਨੂੰ ਲੋਕਾਂ ਲਈ ਦਿੱਤੇ ਗਏ ਆ ਤੁਸੀਂ ਉਹ ਕਿਉਂ ਨਹੀਂ ਵਰਤ ਰਹੇ? ਕਿਉਂਕਿ ਅਗਰ ਜੇ ਇਹ ਵਰਤੇ ਜਾਣਗੇ ਤਾਂ ਅੰਦੋਲਨ ਚੱਲ ਰਿਹਾ ਉਹ ਇੱਕ ਅਲੱਗ ਪੈਰਾਮੀਟਰ ਹੈਗਾ, ਪਰ ਉਸ ਦੇ ਪੈਰਲਲ ਅਗਰ ਰਾਜ ਸਰਕਾਰਾਂ ਕੇਂਦਰ ਸਰਕਾਰ ਨੂੰ ਘੇਰਨਗੀਆਂ ਤਾਂ ਸਾਡੀ ਸਮਝ ਮੁਤਾਬਿਕ ਹੈਗਾ ਵੀ ਇਸ ਅੰਦੋਲਨ ਨੂੰ ਬਹੁਤ ਬਲ ਮਿਲੇਗਾ। ਔਰ ਇਹਦਾ ਇੱਕ ਬੜਾ ਡਿਫਰੈਂਟ ਮਾਇਨਾ ਹੈਗਾ ਕਿ ਜਦੋਂ ਪੂਰੀ ਦੁਨੀਆ ਦੇ ਵਿੱਚ ਗੱਲ ਹੋਏਗੀ, ਜਿਸ ਤਰੀਕੇ ਨਾਲ ਮੋਦੀ ਸਰਕਾਰ ਬਾਹਰ ਜਾ ਕੇ ਪ੍ਰਚਾਰ ਕਰਦੀ ਹੈਗੀ ਆ ਕਿ ਅਸੀਂ ਜੋ ਇਹ ਕਾਨੂੰਨ ਹੈਗੇ ਆ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਵਿਦ ਮੈਜੋਰਟੀ ਪਾਸ ਕੀਤੇ ਨੇ, ਤਾਂ ਤੁਹਾਡੇ ਅੰਦੋਲਨ ਦੀ ਗੱਲ ਉਸ ਤਰੀਕੇ ਨਾਲ ਦੂਸਰੇ ਦੇਸ਼ਾਂ ਤੱਕ ਨਹੀਂ ਜਾਂਦੀ। ਪਰ ਜਦੋਂ ਹੀ ਇਸ ਤਰੀਕੇ ਨਾਲ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ, ਸੰਵਿਧਾਨਕ ਤਰੀਕੇ ਨਾਲ ਰਾਜ ਸਰਕਾਰਾਂ ਵਿਰੋਧ ਕਰਦੀਆਂ ਤਾਂ ਇੱਕ ਵੱਡਾ ਮੈਸੇਜ ਜਾਂਦਾ ਕਿ ਜੋ ਮੋਦੀ ਸਰਕਾਰ ਕਹਿ ਰਹੀ ਆ ਉਹ ਬਿਲਕੁਲ ਗਲਤ ਆ। ਬਾਹਰਲੇ ਮੁਲਕਾਂ 'ਚ ਮੈਸੇਜ ਜਾਂਦਾ ਕਿ ਤੁਹਾਡੇ ਮੁਲਕ ਦੀਆਂ ਅੱਧੀਆਂ ਰਾਜ ਸਰਕਾਰਾਂ ਤੁਹਾਡੇ ਇਸ ਕਾਨੂੰਨਾਂ ਤੋਂ ਪੂਰੀ ਤਰ੍ਹਾਂ ਖਫਾ ਨੇ ਤੇ ਉਹ ਜੁਡੀਸ਼ੀਅਲ ਰਸਤੇ ਦਾ ਇੱਕ ਜੋ ਰਸਤਾ ਹੈਗੀਆਂ ਉਹ ਅਪਣਾ ਰਹੀਆਂ ਨੇ। ਇਹਦਾ ਮਤਲਬ ਤੁਸੀਂ ਜੋ ਕਾਨੂੰਨ ਹੈਗੇ ਆ ਉਹ ਤੁਹਾਡੇ ਨਾਲ ਅੱਧੇ ਤੋਂ ਵੱਧ ਮੁਲਕ ਦੀਆਂ ਤੁਹਾਡੀਆਂ ਜੋ ਰਾਜ ਸਰਕਾਰਾਂ ਨੇ ਉਹ ਸਹਿਮਤ ਨਹੀਂ ਹੈਗੀਆਂ। ਤਾਂ ਜਦੋਂ ਸਾਡੇ ਕੋਲ ਸਾਡੀ ਓਪੋਜੀਸ਼ਨ ਵਿੱਚ ਸਾਨੂੰ ਸੰਵਿਧਾਨ ਵਿੱਚ ਏਦਾਂ ਦੀਆਂ ਪਾਵਰਸ ਦਿੱਤੀਆਂ ਗਈਆਂ ਤਾਂ ਅਸੀਂ ਉਹ ਅਗਰ ਨਹੀਂ ਯੂਜ਼ ਕਰਦੇ ਤਾਂ ਇਹਦਾ ਸਿੱਧਾ ਮਕਸਦ ਹੈਗਾ ਵੀ ਇਹਦੇ ਲਈ ਸਿਰਫ ਬੀਜੇਪੀ ਸਰਕਾਰ ਦੋਸ਼ੀ ਨਹੀਂ ਹੈਗੀ, ਇਹ ਵਿਰੋਧੀ ਪਾਰਟੀਆਂ ਵੀ ਇਸ ਤੇ ਪੂਰੀ ਤਰ੍ਹਾਂ ਸਿਆਸਤ ਕਰ ਰਹੀਆਂ। ਬਿਲਕੁਲ, ਮਤਲਬ ਮੇਰਾ ਸਵਾਲ ਜਿਹੜਾ ਅਗਲਾ ਸੀ ਤੁਸੀਂ ਉਹ ਕਵਰ ਕਰਤਾ ਇਹਦੇ ਵਿੱਚ ਕਿ ਇਹ ਕਿਸੇ ਖਾਸ ਪਾਰਟੀ ਵਾਸਤੇ ਨਹੀਂ ਹੈ, ਇਹ ਤੁਸੀਂ ਕਹਿਣਾ ਚਾਹੁੰਦੇ ਹੋ?
ਜੀ ਬਿਲਕੁਲ ਬਿਲਕੁਲ। ਐਕਚੁਅਲੀ ਅਗਰ ਇਹ ਕਾਨੂੰਨਾਂ ਨੂੰ ਲਾਗੂ ਕਰਨ ਲਈ ਅਗਰ ਇੱਥੇ ਕਾਂਗਰਸ ਸਰਕਾਰ ਹੁੰਦੀ ਤਾਂ ਇਹ ਅੰਦੋਲਨ ਨੇ ਉਸੇ ਤਰੀਕੇ ਨਾਲ ਚੱਲਣਾ ਸੀਗਾ। ਠੀਕ ਹੈ ਜੀ। ਹਾਂ, ਤਾਂ ਉਹ ਮਤਲਬ ਇਹ ਗੱਲ ਕਦੇ ਪੋਲੀਟੀਕਲੀ ਸਰਕਮਸਟਾਂਸ ਤੇ ਹੈ ਹੀ ਨਹੀਂ, ਕਿਉਂਕਿ ਇਲਜ਼ਾਮ ਲੱਗਦੇ ਰਹੇ ਨਾ ਕਿ ਜਿਹੜੀਆਂ ਸੋਸ਼ਲ ਕੰਪੇਨ ਚੱਲਦੀਆਂ ਨੇ ਉਹ ਬੀਜੇਪੀ ਦੇ ਨਾਲ ਅਗੇਂਸਟ ਚੱਲਦੀਆਂ ਜਾਂ ਬੀਜੇਪੀ ਨੂੰ ਟਾਰਗੇਟ ਰੱਖਦੀਆਂ ਨੇ, ਹੋਰ ਪਾਰਟੀਆਂ ਦੇ ਉੱਤੇ ਮਤਲਬ ਟਾਰਗੇਟ ਨਹੀਂ ਕਰਦੀਆਂ। ਮੈਂ ਤਾਂ ਸਵਾਲ ਪੁੱਛਿਆ ਕਿ ਕਿਤੇ ਇਹ ਬੀਜੇਪੀ ਨੂੰ ਲੈ ਕੇ ਤਾਂ ਨਹੀਂ ਹੈ ਕਿ ਕਿਸੇ ਖਾਸ ਪਾਰਟੀ ਦੀ ਮੈਂ ਗੱਲ ਕਰਾਂ ਤੇ ਮੈਂ ਤਾਂ ਨਾਂ ਵੀ ਲਿਆ ਦਿੱਤਾ ਹੈ ਤੇ ਕਿਸੇ ਜੋ ਕਿਸਾਨਾਂ ਦੇ ਨਹੀਂ ਬਿਲਕੁਲ ਨਹੀਂ ਹੈ। ਦੇਖੋ ਇਹ ਅਧਿਕਾਰ ਨੇ, ਪਾਰਟੀਆਂ ਨੇ ਆਉਂਦੇ ਜਾਂਦੇ ਰਹਿਣਾ, ਕਾਨੂੰਨਾਂ ਨੇ ਪੱਕੇ ਰਹਿਣਾ, ਤਾਂ ਹੀ ਲੜਾਈ ਕਾਨੂੰਨਾਂ ਦੇ ਖਿਲਾਫ ਹੈਗੀ ਆ। ਪਾਰਟੀਆਂ ਬਹੁਤ ਛੋਟੀਆਂ ਹੈਗੀਆਂ ਬਿਲਕੁਲ, ਔਰ ਅਗਰ ਉਹ ਅੱਜ ਪਾਰਟੀਆਂ ਇਸ ਹੰਕਾਰੀ ਤਰੀਕੇ ਨਾਲ ਬੈਠੀਆਂ ਵੀ ਨੇ ਤਾਂ ਉਹਨਾਂ ਨੂੰ ਇਹ ਜੋ ਪਾਵਰ ਆ ਉਹ ਵੀ ਲੋਕਾਂ ਨੇ ਬਖਸ਼ੀ ਹੈਗੀ ਆ। ਤਾਂ ਕਹਿਣ ਦਾ ਮਤਲਬ ਇਹ ਹੈਗਾ ਵੀ ਅਗਰ ਕਿਸਾਨ ਜਿਹੜੇ ਕਿਸਾਨਾਂ ਦੇ IT ਸੈੱਲ ਏਦਾਂ ਦੀਆਂ ਕੈਂਪੇਨ ਚਲਾਉਂਦੇ ਨੇ ਤਾਂ ਮੋਦੀ ਸਰਕਾਰ ਇਹ ਕਾਨੂੰਨਾਂ ਨੂੰ ਵਾਪਿਸ ਕਰੇ। ਉਹਨਾਂ ਦੇ ਧੰਨਵਾਦ ਦਾ ਹੈਸ਼ਟੈਗ ਵੀ ਕਿਸਾਨਾਂ ਦੇ ਮਤਲਬ ਜਿਹੜੇ ਹੈਗੇ ਆ ਉਹ ਟ੍ਰੈਂਡਿੰਗ ਦੇ ਵਿੱਚ ਲਿਆਂਦਾ ਜਾਊਗਾ ਅਗਰ ਉਹ ਕਿਸਾਨਾਂ ਦੇ ਪੱਖ ਦੀ ਗੱਲ ਕਰਨਗੇ। ਬਹੁਤ ਵਧੀਆ। ਇੱਕ ਚੀਜ਼ ਹੋਰ ਪੈ ਜੇ ਅਸੀਂ ਪੰਜਾਬ ਦੀ ਸਿਆਸਤ ਵੱਲ ਮੋੜਾ ਮੋੜੀਏ ਕਿ ਪੰਜਾਬ ਦੇ ਵਿੱਚ ਨਾ ਇਕੱਲਾ ਕਿਸਾਨੀ ਮੁੱਦਾ ਨਹੀਂ ਰਹਿ ਗਿਆ, ਬਹੁਤ ਸਾਰੇ ਮੁੱਦੇ ਨੇ ਜਿਹੜੇ ਟਾਰਗੇਟ ਕੀਤੇ ਜਾ ਰਹੇ ਇਸ ਟਾਈਮ ਨਾ, ਜਿਹੜੇ ਅਹਿਮ ਬਣ ਗਏ ਨੇ ਨਾ। ਉਹਦੇ ਰੁਜ਼ਗਾਰ ਦਾ ਮੁੱਦਾ ਵੀ ਹੈਗਾ, ਬੇਅਦਬੀਆਂ ਮੁੱਦਾ ਵੀ ਹੈਗਾ। ਕੀ ਜਿਹੜਾ ਸਾਡਾ ਇੱਕ ਕਹਿ ਲਓ ਕਿ ਸਾਡਾ ਪਲੇਟਫਾਰਮ ਹੈਗਾ, ਇਹਦੇ ਤੋਂ ਅਸੀਂ ਉਹ ਵੀ ਮੁੱਦੇ ਲੈ ਕੇ ਆਵਾਂਗੇ, ਉਹਨਾਂ ਦੀ ਵੀ ਗੱਲ ਕਰਾਂਗੇ ਇਸ ਮੁੱਦੇ ਪਲੇਟਫਾਰਮ ਤੇ। ਨਹੀਂ, ਅਸੀਂ ਕੋਸ਼ਿਸ਼ ਕਰਦੇ ਹੈਗੇ ਹਾਂ ਕਿ ਪੰਜਾਬ ਦੇ ਮੁੱਦਿਆਂ ਦੀ ਬਿਲਕੁਲ ਗੱਲ ਹੋਵੇ, ਪਰ ਜੋ ਪਰਟੀਕੂਲਰ ਟਰੈਕਟਰ ਟੂ ਟਵਿੱਟਰ ਇੱਕ ਕੈਂਪੇਨ ਬਣੀ ਹੋਈ ਹੈਗੀ ਆ, ਉਹ ਸਪੈਸ਼ਲੀ ਅਸੀਂ ਕਿਸਾਨ ਅੰਦੋਲਨ ਦੇ ਲਈ ਜਿਹੜੀ ਹੈਗੀ ਆ ਸ਼ੁਰੂ ਕੀਤੀ ਸੀਗੀ। ਤਾਂ ਜਦੋਂ ਤੱਕ ਕਿਸਾਨੀ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਜਿਹੜੀ ਸਾਡੀ ਅਹਿਮੀਅਤ ਹੈਗੀ ਆ, ਜਿਹੜੀ ਸਾਡੀ ਪ੍ਰਾਇਓਰਟੀ ਹੈਗੀ ਆ, ਉਹ ਬਿਲਕੁਲ ਕਿਸਾਨ ਅੰਦੋਲਨ ਨੂੰ ਰਹੇਗੀ। ਔਰ ਅਸੀਂ ਤਾਂ ਇਹ ਵੀ ਸਮਝਦੇ ਹੈਗੇ ਹਾਂ ਕਿ ਅਗਰ ਅਸੀਂ ਇਸ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਕੋਈ ਮੈਕਸੀਮਮ ਸਪੋਰਟ ਕਰ ਸਕੀਏ ਤਾਂ ਸਾਡੀਆਂ ਨਜ਼ਰਾਂ ਦੇ ਵਿੱਚ ਪਤਾ ਨਹੀਂ ਕਿਉਂ ਏਦਾਂ ਲੱਗਦਾ ਕਿ ਸਾਨੂੰ ਮਤਲਬ ਜੇ ਇਹ ਮੁੱਦਾ ਨਹੀਂ ਸੋਲਵ ਹੁੰਦਾ ਤਾਂ ਬਾਕੀ ਸਾਰੇ ਮੁੱਦਿਆਂ ਦੇ ਮਰਨ ਤੋਂ ਪਹਿਲਾਂ ਹੀ ਅਸੀਂ ਇਸ ਦਾ ਬਹੁਤ ਬੁਰੀ ਤਰ੍ਹਾਂ ਸ਼ਿਕਾਰ ਹੋਵਾਂਗੇ। ਤਾਂ ਮੇਨਲੀ ਇਹ ਹੈਗਾ ਵੀ ਸਾਡੀ ਜਿਹੜੀ ਹੈਗੀ ਆ ਕੈਂਪੇਨ ਜਾਂ ਸਪੋਰਟ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਰਹਿੰਦੀ ਹੈਗੀ ਆ। ਤੇ ਨੌਜਵਾਨ ਕਿੱਦਾਂ ਜੁੜ ਰਹੇ ਨੇ, ਰਿਸਪੌਂਸ ਕੀ ਰਹਿੰਦਾ ਨੌਜਵਾਨਾਂ ਦਾ? ਦੇਖੋ ਨੌਜਵਾਨਾਂ ਦਾ ਜੋ ਇੱਕ ਰਿਸਪੌਂਸ ਰਿਹਾ ਹੈਗਾ, ਕਿਉਂਕਿ ਅਸੀਂ ਜਦ ਪਿਛਲੇ ਅਗਸਤ ਦੇ ਵਿੱਚ ਹੀ ਇਹ ਕੈਂਪੇਨ ਸਟਾਰਟ ਕੀਤੀ ਸੀ, ਅਸੀਂ ਇਸ ਦਾ ਨਾਮ ਟਰੈਕਟਰ ਟੂ ਟਵਿੱਟਰ ਰੱਖਿਆ ਕਿ ਹੁਣ ਜੋ ਸਾਨੂੰ ਜਿਹੜਾ ਹੈਗਾ ਉਹ ਖੇਤਾਂ ਦੇ ਵਿੱਚ ਟਰੈਕਟਰਾਂ ਤੋਂ ਉੱਠ ਕੇ ਟਵਿੱਟਰ ਤੇ ਪਹੁੰਚਣਾ ਪਏਗਾ। ਕਿਉਂਕਿ ਪੰਜਾਬ ਦਾ ਜੋ ਨੈਰੇਟਿਵ ਇੱਕ ਤਰ੍ਹਾਂ ਦਾ ਬਣਾਇਆ ਗਿਆ ਸੀ, ਜਾਂ ਪੂਰੇ ਯੂਥ ਦਾ ਜੋ ਸਾਰੇ ਰਾਜਾਂ ਦਾ ਇੱਕ ਨੈਰੇਟਿਵ ਬਣਾਇਆ ਹੋਇਆ ਸੀ ਵੀ ਸੋਸ਼ਲ ਮੀਡੀਆ ਜੋ ਮਤਲਬ ਸਨੈਪਚੈਟ ਲਈ ਯੂਜ਼ ਕਰਦੇ ਹੈਗੇ ਜਾਂ ਟਿਕਟੋਕ ਲਈ ਯੂਜ਼ ਕਰਦੇ ਹੈਗੇ ਆ, ਔਰ ਜੋ ਦੂਸਰੇ ਪਾਸੇ ਜੋ ਸਰਕਾਰਾਂ ਹੈਗੀਆਂ ਉਹ ਆਪਦੇ ਬੜੇ ਅਰਬਾਂ ਰੁਪਏ ਖਰਚ ਕੇ ਜੋ IT ਸੈੱਲ ਬਹੁਤ ਪਲੈਨਿੰਗ ਨਾਲ ਚਲਾਉਂਦੀਆਂ ਹੈਗੀਆਂ। ਤਾਂ ਜਿਵੇਂ ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਮੋਦੀ ਸਰਕਾਰ ਪੂਰੇ ਤਰੀਕੇ ਨਾਲ ਇੱਕ ਸੋਸ਼ਲ ਮੀਡੀਆ ਕੈਂਪੇਨ ਦੇ ਜ਼ਰੀਏ ਇਹਨਾਂ ਨੇ ਆਪਣਾ ਪ੍ਰਚਾਰ ਕੀਤਾ, ਔਰ ਹੁਣ ਤੱਕ ਦਾ ਮਤਲਬ ਇਹਨਾਂ ਦਾ ਸਭ ਤੋਂ ਸਟਰੋਂਗੈਸਟ IT ਸੈੱਲ ਹੈ ਜਿਹਨੂੰ ਪਿਛਲੇ 7 ਸਾਲਾਂ ਦੇ ਵਿੱਚ ਕਾਂਗਰਸ ਵਰਗੀਆਂ ਪਾਰਟੀਆਂ ਵੀ ਡਿਫੀਟ ਨਹੀਂ ਕਰ ਸਕੀਆਂ। ਤਾਂ ਕਿਸਾਨਾਂ ਦੇ IT ਸੈੱਲ ਨੇ, ਨੌਜਵਾਨ ਮੁੰਡੇ ਕੁੜੀਆਂ ਨੇ ਇੰਨਾ ਕੁ ਵਧੀਆ ਰਿਸਪੌਂਸ ਦਿੱਤਾ ਹੈਗਾ ਕਿ ਤੁਸੀਂ ਇਸ ਗੱਲ ਤੇ ਸਮਝੋ ਕਿ ਅਗਰ BJP IT ਸੈੱਲ ਨੂੰ ਅੱਜ ਤੱਕ ਕੋਈ ਡੈਂਟ ਪਾ ਚੁੱਕਿਆ ਤਾਂ ਉਹ ਕਿਸਾਨਾਂ ਦਾ IT ਸੈੱਲ ਆ। ਮਤਲਬ ਇੱਕ ਟਾਈਮ ਹੁੰਦਾ ਸੀ ਕਿ ਉਹਨਾਂ ਦੇ ਪਿੱਛੇ ਚੱਲਣਾ ਪੈਂਦਾ ਸੀ, ਔਰ ਅੱਜ ਦਾ ਟਾਈਮ ਹੈਗਾ ਕਿ ਤੁਸੀਂ ਡੇਲੀ ਦੇਖੋ ਕਿ ਰੋਜ਼ ਕਿਸਾਨਾਂ ਦਾ ਹੈਸ਼ਟੈਗ ਸਵੇਰੇ 7 ਵਜੇ ਸਟਾਰਟ ਹੋ ਕੇ ਪਹਿਲੇ ਅੱਧੇ ਘੰਟੇ ਦੇ ਵਿੱਚ ਇੰਡੀਆ ਦੇ ਵਿੱਚ ਟ੍ਰੈਂਡ ਕਰ ਰਿਹਾ ਹੁੰਦਾ। ਔਰ ਇਹ ਕੋਈ 1-2 ਦਿਨ ਦੀ ਗੱਲ ਨਹੀਂ ਹੈਗੀ, ਸਾਨੂੰ ਪੂਰਾ ਲਗਾਤਾਰ ਪੂਰਾ 1 ਸਾਲ ਹੋ ਚੁੱਕਿਆ। ਮਤਲਬ ਤੁਸੀਂ ਉਹ ਚਾਹੇ ਕਿਸਾਨ ਏਕਤਾ ਮੋਰਚਾ ਦਾ ਆਫੀਸ਼ੀਅਲ ਹੈਂਡਲ ਹੈਗਾ, ਟਰੈਕਟਰ ਟੂ ਟਵਿੱਟਰ ਦਾ ਆਫੀਸ਼ੀਅਲ ਹੈਂਡਲ ਹੈਗਾ, ਤਾਂ ਉਹਨਾਂ ਤੋਂ ਤੁਸੀਂ ਸਵੇਰੇ 7 ਵਜੇ ਉਹ ਹੈਸ਼ਟੈਗ ਤੁਹਾਨੂੰ ਮਿਲੇਗਾ। ਔਰ ਲੱਖਾਂ ਹੀ ਨੌਜਵਾਨ ਮੁੰਡੇ ਕੁੜੀਆਂ ਸਵੇਰੇ ਉੱਠ ਕੇ ਮਤਲਬ ਯੂਥ ਕਿਸਾਨਾਂ ਦੀ ਆਵਾਜ਼ ਸਵੇਰੇ ਉੱਠਣ ਸਾਰ ਬੁਲੰਦ ਕਰਦਾ, ਉਹਦਾ ਜਿਹੜਾ ਰਿਸਪੌਂਸ ਹੈਗਾ। ਔਰ ਜੋ ਤੁਸੀਂ ਗੱਲ ਕਹੀ ਕਿ ਇਹਦਾ ਅਸਰ ਕੀ ਹੋਇਆ, ਇਹਦਾ ਅਸਰ ਇਹ ਹੋਇਆ ਕਿ ਅੰਦੋਲਨ ਦੇ ਚੱਲਦੇ ਪਹਿਲੀ ਵਾਰ BJP ਸਰਕਾਰ ਨੇ ਟਵਿੱਟਰ ਨੂੰ ਬੰਦ ਕਰਨ ਤੱਕ ਦੀ ਗੱਲ ਕੀਤੀ, ਉਹਨਾਂ ਨੂੰ ਧਮਕੀ ਦਿੱਤੀ, ਔਰ IT ਸੈੱਲ ਦੇ ਜਿਹੜੇ ਨਿਯਮ ਹੈਗੇ ਆ ਜਿਹੜੇ 2000 ਦੇ ਬਣੇ ਹੋਏ ਆ ਉਹਨਾਂ ਨੂੰ ਬਦਲਣ ਲਈ ਵੀ ਵਾਰ-ਵਾਰ ਜਿਹੜੀ ਹੈਗੀ ਆ ਉਹਨਾਂ ਨੇ ਪਹੁੰਚ ਕੀਤੀ। ਔਰ ਇਹਦੇ ਵਿੱਚ ਹੁਣ ਤੱਕ ਕਿਸਾਨ ਅੰਦੋਲਨ ਦੇ ਵਿੱਚ ਚੱਲ ਰਹੇ 2000 ਤੋਂ ਵੱਧ ਹੈਂਡਲਾਂ ਨੂੰ ਜੋ ਹੈਗਾ ਬੰਦ ਕੀਤਾ ਸਰਕਾਰ ਨੇ। ਤਾਂ ਇਹ ਜੇਕਰ ਅਸੀਂ ਸਰਕਾਰ ਦੇ ਇੱਕ ਹੰਕਾਰੀ ਨੈਰੇਟਿਵ ਨੂੰ ਅਸਰ ਪਾ ਰਹੇ ਹੈਗੇ ਆ ਤਾਂ ਹੀ ਇਹ ਐਕਸ਼ਨ ਆ ਰਹੇ ਨੇ। ਔਰ ਇਹ ਵੀ ਹੈ ਵੀ ਕਿਸਾਨਾਂ ਦੇ IT ਸੈੱਲਾਂ ਤੇ ਬਹੁਤ ਸਾਰੇ ਜੋ ਸਰਕਾਰ ਨੇ ਮੀਡੀਆ ਅਦਾਰਿਆਂ ਤੋਂ ਵੀ ਜਿਹੜਾ ਹੈਗਾ ਹਮਲਾ ਕਰਵਾਇਆ। ਤਾਂ ਜੇਕਰ ਇੰਪਲੀਫਾਈ ਹੋ ਰਿਹਾ ਹੈਗਾ, ਕਿਸਾਨਾਂ ਦੀ ਆਵਾਜ਼ ਬਹੁਤ ਦੂਰ ਤੱਕ ਪਹੁੰਚ ਰਹੀ ਹੈਗੀ ਹੈ ਕਿ ਇਹਨਾਂ ਨੂੰ ਕਿਸਾਨਾਂ ਦੇ ਮੁੰਡੇ ਕੁੜੀਆਂ ਦੇ ਬਰਾਬਰ ਖੜੇ ਹੋਣ ਲਈ ਇਹਨਾਂ ਨੂੰ ਸੈਲੀਬ੍ਰਿਟੀਆਂ ਕੰਗਨਾ ਰਣੌਤ ਵਰਗੇ ਜਾਂ ਅਕਸ਼ੇ ਕੁਮਾਰ ਵਰਗਿਆਂ ਨੂੰ ਕਹਿਣਾ ਪੈਂਦਾ ਵੀ ਤੁਸੀਂ ਸਰਕਾਰ ਦੇ ਹੱਕ 'ਚ ਟਵੀਟ ਪਾਓ, ਤਾਂ ਤੁਸੀਂ ਸਮਝ ਸਕਦੇ ਹੋ ਕਿ ਨੌਜਵਾਨਾਂ ਨੇ
ਕਿੱਡਾ ਵੱਡਾ ਅਸਰ ਜਿਹੜਾ ਹੈਗਾ ਉਹ ਮੋਦੀ ਸਰਕਾਰ ਨੂੰ ਪਾਇਆ ਹੈਗਾ। ਬਿਲਕੁਲ, ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸਿਆਸੀ ਦਬਾਅ ਹੈਗਾ ਨਾ ਬਾਹਰੋਂ, ਤੇ ਕਿਉਂਕਿ ਸਰਕਾਰ ਨਜ਼ਰ ਰੱਖ ਰਹੀ ਹੈ ਕਿ ਕਿਹੜੀ ਕੰਪੇਨ ਚੱਲ ਰਹੀਆਂ ਨੇ ਸਰਕਾਰ ਦੇ ਖਿਲਾਫ ਨਾ, ਕਿੱਥੇ ਗੱਲ ਉੱਠ ਰਹੀ ਹੈਗੀ ਹੈ, ਉਹਨੂੰ ਦਬਾਉਣ ਵਾਸਤੇ ਸਰਕਾਰ ਨਾ ਆਪਣੇ ਵੱਲੋਂ ਜਿਹੜੇ ਹੈਗੇ ਆ ਪੈਂਤੜੇ ਘਰ ਦੀ ਰਹਿੰਦੀ ਹੈ, ਤੁਸੀਂ ਇਹ ਕਹਿਣਾ ਚਾਹੁੰਦੇ ਹੋ। ਖੈਰ ਭੁਪਿੰਦਰ ਜੀ, ਅਸੀਂ ਇੱਕ ਉਮੀਦ ਰੱਖਾਂਗੇ, ਬਿਲਕੁਲ ਅਰਦਾਸ ਵੀ ਕਰਾਂਗੇ ਕਿ ਤੁਹਾਡੀ ਜਿਹੜੀ ਕੰਪੇਨ ਹੈਗੀ ਹੈ ਦੂਰ ਤੱਕ ਜਾਵੇ, ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚੇ, ਜਿਹੜੇ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੀ ਸਾਡੀ ਕੰਪੇਨ ਹੈਗੀ ਹੈ ਜਾਂ ਸਾਡਾ ਇੱਕ ਮੋਰਚਾ ਹੈਗਾ ਉਹ ਜਲਦੀ ਫਤਿਹ ਹੋਵੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਜੀ ਸ਼ੁਕਰੀਆ।